श्री वाहिगुरू सतनाम श्री वाहिगुरू। बिलावल महला चौथा। गुरमुख अगम अगोचर ਧਿਆਇਆ, ਹਉ ਬਲ ਬਲ ਸਤਿਗੁਰ ਸਤਿਪੁਰਖਈਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਅੱਜ ਦੇ ਮਹਾਨ ਪਾਵਨ ਬਚਨ ਅੰਦਰ ਲੜੀਵਾਰ ਚੱਲ ਰਿਹਾ ਸਤਿਗੁਰ ਦੇ ਉਪਕਾਰਾਂ ਦੀ ਇਹ ਮਹਾਨ ਬਾਣੀ 834 ਅੰਗ ਉੱਤੇ ਇਸ ਤੇ ਆਪਾਂ ਵਿਚਾਰ ਕਰਾਂਗੇ। ਗੁਰੂ ਸਾਹਿਬ ਗਿਆਨ ਦੇ ਰਹੇ ਆ, ਸਮਝਾ ਰਿਹਾ ਗੁਰਮੁਖਾਂ ਦੇ ਗੁਣ। ਗੁਰਮੁਖ ਕਿਹਨੂੰ ਕਿਹਾ ਜਾਂਦਾ? ਗੁਰਮੁਖ ਕੌਣ ਹੁੰਦੇ ਆ? ਉਹਨਾਂ ਦੇ ਕਾਰ ਵਿਹਾਰ ਕੀ? ਗੁਰੂ ਦੀ ਮੱਤ ਗ੍ਰਹਿਣ ਕਰਕੇ ਵਾਹਿਗੁਰੂ ਦੇ ਉਪਦੇਸ਼ ਤੇ ਚੱਲਣ ਵਾਲੇ, ਪਰਮੇਸ਼ਰ ਨੂੰ ਯਾਦ ਕਰਨ ਵਾਲੇ, ਆਪਣੇ ਜੀਵਨ ਨੂੰ ਸਫਲ ਕਰਨ ਵਾਲੇ, ਅਗਮ ਗੋਚਰ ਪਰਮੇਸ਼ਰ ਜਿਹੜਾ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਦੂਰ ਹੈ, ਵਾਹਿਗੁਰੂ ਪਰਮਾਤਮਾ ਜਿਹਨੂੰ ਆਪਾਂ ਅੱਖਾਂ ਕੰਨਾਂ ਨਾਲ ਸੁਣ ਸਮਝ ਨਹੀਂ ਸਕਦੇ, ਮਨ ਦੀ ਪਹੁੰਚ ਤੋਂ ਵੀ ਵਾਹਿਗੁਰੂ ਪਰਮੇਸ਼ਰ ਦੂਰ ਹੈ, ਬੁੱਧੀ ਦੀ ਪਹੁੰਚ ਤੋਂ ਵੀ ਦੂਰ ਹੈ। ਉਸ ਪਰਮਾਤਮਾ ਨੂੰ ਜਾਣਨ ਵਾਸਤੇ ਗੁਰੂ ਗਿਆਨ ਦ੍ਰਿੜ ਕਰਕੇ ਸਤਿਗੁਰ ਤੇ ਪਾਵਨ ਬਚਨ ਨੂੰ ਸੁਣ ਕੇ ਸਮਝ ਕੇ ਸ਼ਰਧਾ ਦੀ ਭਾਵਨਾ ਰੱਖ ਕੇ ਅਣਡਿੱਠੇ ਨਾਲ ਦੋਸਤੀ, ਅਣਡਿੱਠੇ ਨਾਲ ਪ੍ਰੇਮ, ਪਰਮਾਤਮਾ ਨਾਲ ਜਿਹੜਾ ਨਿਰੰਕਾਰ ਹੈ, ਨਿਰਭਉ ਨਿਰਵੈਰ ਹੈ, ਜਦੋਂ ਸਤਸੰਗ ਵਿੱਚੋਂ ਸ਼ਰਧਾ ਪੈਦਾ ਹੁੰਦੀ, ਮਨ ਬਣ ਜਾਂਦਾ ਵੀ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣੀਏ, ਆਪਣਾ ਜੀਵਨ ਸਫਲ ਕਰੀਏ। ਤੇ ਫਿਰ ਗੁਰਮੁਖ ਲੋਕ ਇਸ ਤਰ੍ਹਾਂ ਉਸ ਭਗਵਾਨ ਨੂੰ, ਪਰਮੇਸ਼ਰ ਨੂੰ ਚੇਤੇ ਕਰਦੇ, ਜਾਪ ਕਰਦੇ ਵਾਹਿਗੁਰੂ ਦਾ। ਉਹਨਾਂ ਗੁਰਮੁਖਾਂ ਤੋਂ ਜਿਹੜੇ ਵਾਹਿਗੁਰੂ ਦਾ ਜਾਪ ਕਰਦੇ, ਸਤਿਗੁਰ ਬੜੇ ਪ੍ਰੇਮ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਨ ਕਰ ਰਹੇ ਆ, ਉਹਨਾਂ ਤੋਂ ਕੁਰਬਾਨ ਜਾਨਾ, ਉਦੋਂ ਸਦਕੇ ਜਾਨਾ, ਜਿਹੜੇ ਸਤਿਪੁਰਖ ਪਰਮਾਤਮਾ ਨੂੰ, ਵਾਹਿਗੁਰੂ ਨੂੰ, ਪਰਮੇਸ਼ਰ ਨੂੰ ਚੇਤਾ ਕਰਦੇ। ਸਤਿਗੁਰੂ ਜੀ ਨੇ ਅੱਜ ਦੇ ਬਚਨ ਅੰਦਰ ਸਾਨੂੰ ਸਿੱਖਿਆ ਦਿੱਤੀ ਕਿ ਇਹ ਸਾਡਾ ਸਰੀਰ ਜਿਹੜਾ ਜਿਵੇਂ ਖੇਤ ਵਿੱਚ ਕੋਈ ਫਸਲ ਬੀਜੀ ਜਾਂਦੀ ਤੇ ਉਗਦੀ, ਤੇ ਫਿਰ ਉਹ ਉੱਗੀ ਹੋਈ ਫਸਲ ਦੀ ਸੁੱਖ ਵਾਸਤੇ ਵਰਤੋਂ ਕੀਤੀ ਜਾਂਦੀ, ਅਨਾਜ ਪੈਦਾ ਹੁੰਦਾ ਲੋਕ ਸੁਖੀ ਵਾਸਤੇ। ਇਸੇ ਤਰ੍ਹਾਂ ਇਹ ਸਾਡਾ ਸਰੀਰ ਜਿਹੜਾ ਵਾਹਿਗੁਰੂ ਨੇ ਜੋ ਸਾਨੂੰ ਦਿੱਤਾ ਹੋਇਆ, ਇਹ ਵੀ ਇੱਕ ਧਰਤੀ ਆਈ ਆ, ਕਰਮ ਦੀ ਧਰਤੀ। ਇਸ ਕਰਮ ਦੀ ਧਰਤੀ ਵਿੱਚ ਗੁਰੂ ਦੇ ਪਿਆਰੇ ਗੁਰਮੁਖ ਪਰਮੇਸ਼ਰ ਦਾ ਜਾਪ ਕਰਦੇ, ਵਾਹਿਗੁਰੂ ਦਾ ਨਾਮ ਜਪਦੇ। ਇਹ ਤਰੀਕਾ ਸਾਨੂੰ ਅਪਣਾਉਣ ਵਾਸਤੇ ਸਤਿਗੁਰੂ ਜੀ ਸਮਝਾ ਰਿਹਾ ਹੈ। ਇਹੋ ਸਰੀਰ ਕਰਮ ਕੀ ਧਰਤੀ, 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 ਇਹੋ ਸਰੀਰ ਕਰਮ ਕੀ ਧਰਤੀ। ਗੁਰਮੁਖ ਮਥ ਮਥ ਤਤ ਕਢਈਆ, ਗੁਰਮੁਖ ਮਥ ਮਥ ਤਤ
ਤਤ ਕਢਈਆ ਗੁਰਮੁਖ ਮਥ ਮਥ 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 ਤਤ ਕਢਈਆ ਲਾਲ ਜਿਵੇ ਹਰ ਨਾਮ ਪਰਗਾਸਿਆ ਲਾਲ ਜਿਵੇ ਹਰ ਨਾਮ ਪਰਗਾਸਿਆ ਲਾਲ ਜਵੇ ਹਰ ਨਾਮ ਪਰਗਸਿਆ ਲਾਲ ਜਵੇ ਹਰ ਨਾਮ ਪਰਗਸਿਆ ਭਾਂਡੈ ਭਾਉ ਪਵੈ ਤਿਤਿਆਈਆ ਭਾਂਡੈ ਭਾਉ ਪਵੈ ਤਿਤਿਆਈਆ ਭਾਂਡੇ ਭਾਉ ਪਵੈ ਤਿਤਿਆ ਭਾਂਡੇ ਭਾਉ ਪਵੈ ਤਿਤਿਆ ਭਾਂਡੈ ਭਾਉ ਪਵੈ ਤਿਤਿਆਈਆ ਭਾਂਡੈ ਭਾਉ ਪਵੈ ਤਿਤਿਆਈਆ ਭਾਂਡੇ ਭਾਉ ਪਵੈ ਤਿਤਿਆ ਭਾਂਡੇ ਭਾਉ ਪਵੈ ਤਿਤਿਆ। ਸਤਿਗੁਰੂ ਜੀ ਇਸ ਤਰ੍ਹਾਂ ਸਾਨੂੰ ਸਿੱਖਿਆ ਦੇ ਰਿਹਾ ਹੈ। ਇਹ ਗਿਆਨ ਉਪਦੇਸ਼ ਸਾਨੂੰ ਜੋ ਸਤਿਗੁਰੂ ਜੀ ਸਮਝਾ ਰਿਹਾ ਹੈ, ਇਹਨੂੰ ਸਿੱਖਣ ਵਾਸਤੇ ਸਾਨੂੰ ਸਤਸੰਗ ਦੀ ਲੋੜ ਪੈਂਦੀ ਹੈ। ਰਾਮ ਨਾਮ ਮੇਰਾ ਪ੍ਰਾਣ ਵਸਾਏ ਸਤਿਗੁਰ ਪਰਸ ਹਰ ਨਾਮ ਸਮਾਈਆ ਜਿਵੇਂ ਸਤਿਗੁਰੂ ਜੀ ਸਾਨੂੰ ਜਾਚ ਦੱਸ ਰਿਹਾ, ਮੇਰੇ ਪ੍ਰਾਣਾਂ ਦਾ ਆਸਰਾ, ਮੇਰੇ ਜੀਵਨ ਦਾ ਆਸਰਾ ਵਾਹਿਗੁਰੂ ਦਾ, ਪਰਮਾਤਮਾ ਦਾ, ਪਰਮੇਸ਼ਰ ਦਾ ਨਾਮ ਹੈ। ਮੈਂ ਹਮੇਸ਼ਾ 24 ਘੰਟੇ ਉਸ ਵਾਹਿਗੁਰੂ ਨੂੰ, ਪਰਮਾਤਮਾ ਨੂੰ ਚੇਤੇ ਕਰਦਾ ਰਹਿਣਾ। ਇਹ ਗੁਣ ਮੈਨੂੰ ਸਤਿਗੁਰੂ ਦੇ ਪਰਸਨ ਨਾਲ, ਸਤਿਗੁਰੂ ਪਾਸੋਂ ਉਪਦੇਸ਼ ਸਿੱਖਣ ਨਾਲ, ਪਰਮੇਸ਼ਰ ਦਾ ਜਾਪ ਕਰਦਿਆਂ ਕਰਦਿਆਂ ਇੱਕ ਦਿਨ ਉਸ ਵਾਹਿਗੁਰੂ ਨਾਲ, ਪਰਮਾਤਮਾ ਨਾਲ ਪ੍ਰੀਤ ਪੈ ਗਈ ਤੇ ਭਗਵਾਨ ਨਾਲ ਇੱਕਮਿਕ ਹੋ ਗਏ। ਕਿਵੇਂ ਰਹਾਓ ਕਹਿ ਕਰਕੇ ਗੁਰਦੇਵ ਅੱਗੇ ਕਹਿੰਦੇ ਇਹਨੂੰ ਵਿਚਾਰੋ। ਇਹ ਸਰੀਰ ਕਰਮ ਕੀ ਧਰਤੀ ਗੁਰਮੁਖ ਮਥ ਮਥ ਤਤ ਕਢਈਆ। ਜਿਵੇਂ ਮਧਾਣੀ ਨਾਲ ਦੁੱਧ ਰਿੜਕਿਆ ਜਾਂਦਾ, ਇਸੇ ਤਰ੍ਹਾਂ ਬਾਰ ਬਾਰ ਵਾਹਿਗੁਰੂ ਦਾ ਜਾਪ ਕਰਕੇ, ਬਾਰ ਬਾਰ ਭਗਵਾਨ ਨੂੰ ਚੇਤੇ ਕਰਕੇ, ਬਾਰ ਬਾਰ ਸਤਿਗੁਰੂ ਦੇ ਸ਼ਬਦਾਂ ਦਾ ਵਿਚਾਰ ਕਰਕੇ ਗੁਰਮੁਖ ਲੋਕ ਇਹ ਸਮਝ ਲੈਂਦੇ ਕਿ ਇਹ ਸਰੀਰ ਸਾਡਾ ਜਿਵੇਂ ਇੱਕ ਖੇਤੀ ਆ, ਉਹਦੇ ਵਿੱਚ ਬੀਜ ਬੀਜਿਆ ਜਾਂਦਾ, ਜੋ ਬੀਜਿਆ ਜਾਂਦਾ ਉਹ ਵੱਧਦਾ, ਪ੍ਰਫੁੱਲਤ ਹੁੰਦਾ। ਇਸੇ ਤਰ੍ਹਾਂ ਸਾਡਾ ਸਰੀਰ ਜਿਹੜਾ ਇਹ ਇੱਕ ਧਰਤੀ ਆ, ਕਰਮ ਅਸੀਂ ਇਹਦੇ 'ਚ ਆਪ ਬਣਾਉਣੇ। ਬਖਸ਼ਿਸ਼ ਸਾਡੇ ਤੇ ਵਾਹਿਗੁਰੂ ਨੇ ਕੀਤੀ ਹੋਈ, ਭਗਵਾਨ ਨੇ। ਜੋ ਜੋ ਅਸੀਂ ਕਰਮ ਕਰਾਂਗੇ, ਜਿਸ ਤਰ੍ਹਾਂ ਦੇ ਕਰਾਂਗੇ ਉਸ ਤਰ੍ਹਾਂ ਦਾ ਸਾਨੂੰ ਫਲ ਪ੍ਰਾਪਤ ਹੋਊਗਾ। ਜਿਸ ਤਰ੍ਹਾਂ ਦੀ ਅਸੀਂ ਵਿਚਾਰ ਵਿਚਾਰਾਂਗੇ, ਉਹ ਵਿਚਾਰ ਸਾਡੀ ਪੱਕਦੀ ਜਾਊਗੀ, ਉਹ ਸ਼ੁਭ ਸ਼ੁਭ ਵਿਚਾਰਾਂ ਸਾਡੇ ਨਾਲ ਜਾਣਗੇ। ਇਸ ਮਨ ਦੇ ਅੰਦਰ, ਇਸ ਸਰੀਰ ਦੇ ਅੰਦਰ ਗੁਰਮੁਖ ਲੋਕ ਜਿਹੜੇ ਆ ਉਹ ਸ਼ੁਭ ਆਚਾਰ ਸਿੱਖ ਕੇ ਚੰਗਾ ਬੋਲਣ ਦੀ ਜਾਚ ਸਿੱਖਦੇ, ਚੰਗੇ ਵਿਚਾਰ ਦੀ ਜਾਚ ਸਿੱਖਦੇ, ਸ਼ੁਭ ਇਛਾਵਾਂ ਦੀ ਜਾਚ ਸਿੱਖਦੇ, ਸ਼ੁਭ ਕਾਰਾਂ ਵਿਹਾਰਾਂ ਦੀ ਜਾਚ ਸਿੱਖਦੇ। ਇੱਛਾ ਸ਼ੁਭ ਰੱਖਣੀ, ਵਿਚਾਰ ਸ਼ੁਭ ਰੱਖਣੀ। ਆਪਾਂ ਓਂਕਾਰ ਪੜ੍ਹਦੇ ਹੁੰਦੇ, ਸਤਿਗੁਰੂ ਜੀ ਵੀ ਇਸੇ ਤਰੀਕੇ ਨਾਲ ਸਿੱਖਿਆ ਦੇ ਰਿਹਾ। ਸਾਨੂੰ ਇਹ ਸਮਝਣਾ ਪਊ ਵੀ ਸਾਡਾ ਸਰੀਰ ਜੋ ਪਰਮਾਤਮਾ ਨੇ ਸਾਨੂੰ ਬਖਸ਼ਿਆ ਹੋਇਆ, ਇਸ ਵਾਸਤੇ ਦਿੱਤਾ ਹੋਇਆ ਵੀ ਸ਼ੁਭ ਕਰਮ ਕਰੀਏ, ਚੰਗੇ ਵਿਚਾਰ ਰੱਖੀਏ। ਗੁਰਮੁਖ ਲੋਕ ਬਾਰ ਬਾਰ ਜਿਵੇਂ ਮਧਾਣੀ ਦਹੀਂ ਵਿੱਚ ਫਿਰਦੀ ਤੇ ਮੱਖਣ ਨਿਕਲਦਾ, ਇਸ ਤਰ੍ਹਾਂ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਗੁਰਮੁਖ ਲੋਕ ਇਹਦੇ ਵਿੱਚੋਂ ਅਸਲ ਤੱਤ ਨੂੰ ਜਾਣ ਲੈਂਦੇ। ਪਰਮੇਸ਼ਰ ਦਾ ਜਾਪ
ਮਨ ਨੂੰ ਇਕਾਗਰ ਕਰਕੇ ਬਾਰ-ਬਾਰ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ, ਸਵਾਸ ਅੰਦਰ ਬਾਹਰ ਜਾਂਦਿਆਂ ਹੋਇਆਂ, ਉਹ ਸਵਾਸ ਨੂੰ ਝੌਂਕਣਾ ਮਾਰ ਕੇ ਲੱਕ ਸਿੱਧਾ ਰੱਖ ਕੇ ਅਲਰਟ ਹੋ ਕੇ ਚੰਗੀ ਤਰ੍ਹਾਂ ਸਵਾਸ ਚੰਗੀ ਤਰ੍ਹਾਂ ਚੇਤਨ ਹੋ ਕੇ ਅੰਦਰ ਬਾਹਰ ਜਾਂਦੇ ਵੇਖਣਾ ਕਰੇ। ਜਿਹੜੇ ਜਿਹੜੇ ਵਿਸ਼ੇ ਵਿਕਾਰ ਦੁਖੀ ਕਰਦੇ ਉਹਨਾਂ ਤੋਂ ਬਚਣ ਦਾ ਇਹ ਉੱਤਮ ਸਾਧਨ। ਇਹ ਸਾਧਨ ਸਾਨੂੰ ਸਾਰਿਆਂ ਨੂੰ ਕਰਨ ਦੀ ਲੋੜ ਪੈਂਦੀ। ਇਹ ਸਾਧਨ ਸਿੱਖਣ ਵਾਸਤੇ ਸਤਸੰਗ ਦੀ ਲੋੜ ਪੈਂਦੀ। ਸਤਸੰਗ ਵਿੱਚ ਚੁਸਤ ਹੋ ਕੇ ਚੰਗੀ ਤਰ੍ਹਾਂ ਬਵੇ, ਇੱਕ ਇੱਕ ਬਚਨ ਗੁਰਦੇਵ ਦੇ ਧਿਆਨ ਨਾਲ ਸੁਣਨਾ ਕਰੀਏ। ਨੀਂਦ ਆਵੇ ਕਿਸੇ ਨੂੰ ਤੇ ਬਾਹਰੋਂ ਮੂੰਹ ਮਾਹ ਤੋਂ ਆਵੇ ਜਾਂ ਉੱਠ ਖਲੋਵੇ, ਕਿਉਂਕਿ ਅੰਮ੍ਰਿਤਮਈ ਬਚਨ ਗੁਰਦੇਵ ਦੇ ਜਿਹੜੇ ਆ ਉਹ ਸਾਡੇ ਵਾਸਤੇ ਆ। ਅਸੀਂ ਚੁਸਤ ਹੋ ਕੇ ਚੰਗੀ ਤਰ੍ਹਾਂ ਸੁਣਨ ਦਾ ਯਤਨ ਕਰੀਏ। ਇਹ ਸਰੀਰ ਕਰਮ ਕੀ ਧਰਤੀ, ਗੁਰਮੁਖ ਮਥ ਮਥ ਤਤ ਕਢਈਆ, ਲਾਲ ਜਵੇਹਰ ਨਾਮ ਪ੍ਰਗਾਸਿਆ, ਭਾਂਡੇ ਭਉ ਪਵੇ ਤੇ ਤਈਆ। ਪਰਮੇਸ਼ਰ ਦਾ ਨਾਮ ਲਾਲ ਜਵੇਹਰ ਆ, ਬਹੁਤ ਕੀਮਤੀ ਹੈ। ਸ਼ੁਭ ਕਰਮ ਕਰਨਾ, ਸ਼ੁਭ ਕਰਮ ਕਰਕੇ ਪਰਮਾਤਮਾ ਨਾਲ ਪ੍ਰੇਮ ਕਰਨਾ, ਪ੍ਰੇਮ ਭਾਵਨਾ ਰੱਖ ਕੇ, ਬੁਰੇ ਕਰਮਾਂ ਤੋਂ ਮਨ ਨੂੰ ਵਰਜ ਕੇ, ਭੈ ਰੱਖ ਕੇ, ਪਰਮਾਤਮਾ ਨਾਲ ਭਾਵ ਰੱਖ ਕੇ, ਪ੍ਰੇਮ ਰੱਖ ਕੇ, ਇਹ ਰਤਨ ਰੂਪ ਨਾਮ ਜਿਹੜਾ ਉਹ ਜਪਦਿਆਂ ਜਪਦਿਆਂ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ, ਸਮਝ ਪੈ ਜਾਂਦੀ, ਸੱਚਾਈ ਕੀ ਆ ਉਹਦਾ ਪਤਾ ਲੱਗ ਜਾਂਦਾ। ਜਨ ਕੀ ਟੇਕ ਹਰ ਨਾਮ ਟਿਕਈਆ, ਸਤਿਗੁਰ ਕੀ ਧਰ ਲਾਗਾ ਜਾਵਾਂ, ਗੁਰ ਕਿਰਪਾ ਤੇ ਹਰ ਦਰ ਲਹੀਆ। ਕਿਵੇਂ ਪ੍ਰਾਪਤੀ ਹੁੰਦੀ ਆ? ਗੁਰੂ ਦੇ ਪਿਆਰੇ ਗੁਰਮੁਖ ਲੋਕ ਇਸ ਤਰ੍ਹਾਂ ਨਾਮ ਜਪ ਕੇ ਮਨ ਨੂੰ ਇੱਧਰ ਉੱਧਰ ਜਾਣ ਨਹੀਂ ਦਿੰਦੇ, ਟਿਕਾ ਲੈਂਦੇ, ਸਥਿਰ ਰਹਿੰਦਾ ਮਨ, ਡੋਲਦੇ ਨਹੀਂ। ਕਾਹਦੇ ਤੋਂ ਡੋਲਦੇ ਨਹੀਂ? ਵਿਸ਼ਿਆਂ ਵਿਕਾਰਾਂ ਤੋਂ, ਮੋਹ ਹੰਕਾਰ ਤੋਂ, ਕਿਉਂਕਿ ਉਹ ਮਨੁੱਖ ਨੂੰ ਪਕੜ ਲੈਂਦਾ ਤੇ ਮਨੁੱਖ ਬਾਰ-ਬਾਰ ਡੋਲਦਾ। ਜਿਹਦੇ ਤੇ ਪਰਮਾਤਮਾ ਦੀ, ਵਾਹਿਗੁਰੂ ਦੀ, ਪਰਮੇਸ਼ਰ ਦੀ ਕਿਰਪਾ, ਉਹ ਡੋਲਦਾ ਨਹੀਂ। ਫਿਰ ਗੁਰਦੇਵ ਕਹਿੰਦੇ ਸਤਿਗੁਰੂ ਦਾ ਮੈਂ ਇਸ ਤਰ੍ਹਾਂ ਆਸਰਾ ਲਿਆ ਹੋਇਆ। ਗੁਰਦੇਵ ਦਾ ਆਸਰਾ ਲੈਣ ਕਰਕੇ ਪਰਮੇਸ਼ਰ ਨੇ ਮੇਰੇ ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਇਸ ਤਰੀਕੇ ਦੇ ਨਾਲ ਸਫਲਤਾ ਪ੍ਰਾਪਤ ਕੀਤੀ, ਨਾਮ ਜਪਣਾ ਕੀਤਾ। ਸਾਨੂੰ ਕਹਿੰਦੇ ਤੁਸੀਂ ਵੀ ਇਸੇ ਤਰ੍ਹਾਂ ਸਿੱਖ ਕੇ ਨਾਮ ਜਪਿਆ ਕਰੋ, ਸੁਖੀ ਵਸੋ। ਦਾਸਨ ਦਾਸ ਦਾਸ ਹੋਏ ਰਹੀਐ, ਜੋ ਜਨ ਰਾਮ ਭਗਤ ਨਿਜ ਭਈਆ। ਗੁਰਦੇਵ ਕਹਿੰਦੇ ਭਈ ਜਾਟ ਸਿੱਖ ਲੋ, ਗੁਰੂ ਦੇ ਪਿਆਰਿਆਂ ਦੇ ਦਾਸਾਂ ਦਾ ਦਾਸ ਬਣ ਜਾਓ। ਤੇ ਕਹਿੰਦੇ ਮੈਂ ਇਸ ਤਰ੍ਹਾਂ ਜਿਹੜੇ ਰੱਬ ਨੂੰ ਚਿੱਤਾ ਕਰਦੇ, ਗੁਰੂ ਦੇ ਪਿਆਰੇ, ਉਹਨਾਂ ਦਾ ਦਾਸਾਂ ਦਾ ਦਾਸ ਬਣਿਆ ਹੋਇਆ। ਤੇ ਮੇਰੇ ਉਹੋ ਹੀ ਭਰਾ ਭਾਈ ਆ, ਉਹੋ ਹੀ ਮੇਰਾ ਸੰਸਾਰ ਪਰਿਵਾਰ ਆ, ਉਹ ਅਸਲ ਵਿੱਚ ਮੇਰੇ ਸਹੀ ਭਾਈ ਆ, ਸਹੀ ਭਰਾ ਵਾ। ਦੁਨੀਆ ਦੇ ਮਾਤਾ ਪਿਤਾ ਭੈਣ ਭਰਾ ਉਹਨਾਂ ਨਾਲੋਂ ਵੀ ਉਹ ਉੱਤਮ ਆ। ਕੌਣ? ਜਿਹੜੇ ਪਰਮੇਸ਼ਰ ਦਾ ਜਾਪ ਕਰਦੇ, ਕੌਣ ਜਿਹੜੇ ਸਤ ਸੰਗਤ ਕਰਦੇ, ਕੌਣ ਜਿਹੜੇ ਰੱਬ ਨਾਲ, ਪਰਮੇਸ਼ਰ ਨਾਲ ਪ੍ਰੇਮ ਕਰਦੇ, ਉਹ ਮੇਰੇ ਆਪਣੇ। ਕਿਉਂਕਿ ਉਹਨਾਂ ਨੂੰ ਮਿਲਣ ਨਾਲ ਮੇਰਾ ਭਗਵਾਨ, ਮੇਰਾ ਪਰਮੇਸ਼ਰ ਯਾਦ ਆਉਂਦਾ। ਮਨ ਬੁੱਧ ਅਰਪ ਧਰਮ ਗੁਰ ਆਗੈ, ਗੁਰ ਪ੍ਰਸਾਦੀ ਮੈਂ ਅਕਥ ਕਥਈਆ। ਸਾਨੂੰ ਕਹਿੰਦੇ ਸਾਡਾ ਮਨ ਤੇ ਸਾਡੀ ਬੁੱਧੀ, ਕਿਉਂਕਿ ਵਿਚਾਰ ਮਨ ਤੱਕ ਚੱਲਣੀ, ਮਨ ਤੋਂ ਮਨ ਤੱਕ ਹੀ ਪਹੁੰਚਣਾ। ਫਿਰ ਮਨ ਤੋਂ ਜਦੋਂ ਬੰਦਾ ਉੱਪਰ ਉੱਠਦਾ ਫਿਰ ਭਗਵਾਨ ਦੇ ਦਰਸ਼ਨ ਹੁੰਦੇ। ਮਨ ਦੀ ਗੂੜੀ ਵਿਚਾਰ ਜਿਹੜੀ ਉਹ ਖੋਟੀ ਜਿਹੜੀ ਸਾਨੂੰ ਜਨਮ ਤੋਂ ਲੱਗੀ ਹੋਈ,
ਮਨ ਮਤ ਕਰਕੇ ਉਹ ਸਤਿਗੁਰੂ ਅੱਗੇ ਮੈਂ ਅਰਪਣ ਕਰ ਦਿੱਤੀ ਹੈ। ਗੁਰਦੇਵ ਨੇ ਮੈਨੂੰ ਉੱਤੋਂ ਵਿਚਾਰ ਦੇ ਦਿੱਤੇ ਆ, ਸ਼ੁਭ ਵਿਚਾਰ, ਸ਼ੁਭ ਵਿਹਾਰ, ਹੰਕਾਰ ਦੀ ਲੇਸ਼ ਤੋਂ ਬਚ ਜਾਣਾ, ਮਨ ਦੇ ਅੰਦਰ ਈਰਖਾ ਦਾ ਤਿਆਗ ਕਰਕੇ ਆਪਣੇ ਆਪ ਨੂੰ ਨੀਵਾਂ ਜਾਣਨ ਦੇ ਗੁਰ ਸਿੱਖੇ। ਜਿਹਨੂੰ ਇਸ ਤਰ੍ਹਾਂ ਦੀ ਬਿਰਤੀ ਬਣ ਜਾਂਦੀ ਹੈ ਤੇ ਫਿਰ ਸਤਿਗੁਰੂ ਕਹਿੰਦੇ ਇਹ ਅਕਾਥ ਪਰਮਾਤਮਾ ਉਹਦੀ ਸਮਝ ਪੈ ਜਾਂਦੀ ਹੈ। ਪਰ ਜਿਹੜੇ ਲੋਕ ਗੁਰਦੇਵ ਕਹਿੰਦੇ ਇਹ ਸੱਚਾਈ ਨਹੀਂ ਜਾਣਦੇ, ਮਨਮਤੀਏ ਮਨਮੁਖ ਆ, ਉਹਨਾਂ ਦਾ ਕੀ ਹਾਲ ਹੈ ਆਪਾਂ ਸੁਣਨਾ ਕਰੀਏ। ਮਨਮੁਖ ਮਾਇਆ ਮੋਹਿ ਵਿਆਪੇ, ਇਹੋ ਮਨ ਤ੍ਰਿਸ਼ਨਾ ਜਲਤ ਤਿਖਈਆ। ਹੁਣ ਕੀ ਫਰਕ ਆ ਗੁਰਮੁਖਾਂ ਦੇ ਅੰਦਰ? ਗੁਰਮੁਖ ਗੁਰੂ ਦੇ ਪਿਆਰੇ ਵਾਹਿਗੁਰੂ ਦਾ ਜਪ ਕਰਦੇ, ਸਤ ਸੰਗਤ ਕਰਦੇ, ਸਮੇਂ ਨਾਲ ਉੱਠਦੇ, ਪਰਮਾਤਮਾ ਨੂੰ ਚੇਤੇ ਕਰਦੇ, ਰਾਤ ਵੀ ਅਰਦਾਸ ਬੇਨਤੀ ਕਰਕੇ ਸੁਣਦੇ, ਸਵੇਰੇ ਉੱਠਦੇ ਪਰਮੇਸ਼ਰ ਨੂੰ ਭਗਵਾਨ ਨੂੰ ਚੇਤੇ ਕਰਦੇ, ਮਨਮੁਖੀ ਸੰਸਾਰ ਜਗਤ ਉੱਤੇ ਜਿਉਂਦੇ। ਉਹਨਾਂ ਦੇ ਅੰਦਰ ਕੀ ਵਿਚਾਰ ਆ? ਲਾਲਚ ਵਿੱਚ ਲੱਗੇ ਰਹਿੰਦੇ ਆ, ਈਰਖਾ ਵਿੱਚ ਲੱਗੇ ਰਹਿੰਦੇ ਆ, ਵਿਰੋਧਤਾ ਵਿੱਚ ਲੱਗੇ ਰਹਿੰਦੇ ਆ। ਉਹ ਮੋਹ ਵਿੱਚ ਫਸੇ ਹੋਏ, ਸਰੀਰ ਨਾਲ ਚਿੰਬੜੇ ਹੋਏ, ਤ੍ਰਿਸ਼ਨਾ ਵਿੱਚ ਗਲਤਾਨ ਹੈ। ਇਹ ਜੋ ਦੁਖੀ ਹੈ, ਆਪਾਂ ਨਾਲ ਨਾਲ ਵਿਚਾਰ ਕਰਨੀ ਵੀ ਸਾਡੇ ਅੰਦਰ ਵੀ ਇਸ ਤਰ੍ਹਾਂ ਦੀ ਕਿਤੇ ਲਾਲਸਾ ਤਾਂ ਨਹੀਂ ਆਉਂਦੀ, ਕਿਤੇ ਅਸੀਂ ਵੀ ਇੱਧਰ ਤਾਂ ਨਹੀਂ ਫਸੇ ਹੋਏ। ਜੇ ਫਸੇ ਹੋਏ ਆ ਤੇ ਫਿਰ ਗੁਰੂ ਮਤ ਗ੍ਰਹਿਣ ਕਰ ਲਈਏ। ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰ ਸ਼ਬਦ ਬੁਝਈਆ। ਗੁਰੂ ਨੇ ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰਵਾ ਦਿੱਤੀ, ਬੁਝਾ ਦਿੱਤੀ। ਕੋਈ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਗ੍ਰਹਿਣ ਕਰੋ, ਸੁਖੀ ਵਸੋਗੇ, ਲੋਕ ਵਿੱਚ ਸੁਖੀ ਰਹੋਗੇ, ਪਰਲੋਕ ਵਿੱਚ ਸੁਖੀ ਰਹੋਗੇ। ਤੇ ਫਿਰ ਜਾਜ ਦੱਸਦੇ ਗੁਰਦੇਵ ਫਿਰ ਸਾਨੂੰ ਇਹ ਕੁਝ ਪ੍ਰਾਪਤ ਕਰਨ ਲਈ ਕੀ ਕਰਨਾ ਚਾਹੀਦਾ? ਇਹੋ ਮਨ ਨਾਚੈ ਸਤਿਗੁਰ ਆਗੈ, ਅਨਹਦ ਸ਼ਬਦ ਧੁਨ ਤੂਰ ਵਜਈਆ। ਸਤਿਗੁਰ ਕਹਿੰਦੇ ਇਹੋ ਹੀ ਮਨ ਜਿਹੜਾ ਵਿਕਾਰਾਂ ਵਿੱਚ ਵਿਚਾਰਾਂ ਕਰਦਾ, ਇਹੋ ਮਨ ਜਿਹੜਾ ਹਉਮੈ ਹੰਕਾਰ ਵਿੱਚ ਲੱਗਾ ਤਰਕ ਕੁਤਰਕ ਕਰਦਾ, ਸਤਿਗੁਰ ਦੇ ਸ਼ਬਦ ਸੁਣਦਿਆਂ ਐਵੇਂ ਆਪਣੇ ਮਨ ਦੇ ਅੰਦਰ ਖੁੱਟੀਆਂ ਵਿਚਾਰਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਵੀ ਨਹੀਂ ਇਸ ਤਰੀਕੇ ਨਾਲ ਹੋਣਾ ਚਾਹੀਦਾ, ਆਂਦੇ ਇਹਨੂੰ ਬਦਲ ਕੇ ਸਤਿਗੁਰੂ ਅੱਗੇ ਇਹੋ ਹੀ ਬੁਰੇ ਵਿਚਾਰ ਛੱਡ ਕੇ ਉੱਤੋਂ ਵਿਚਾਰ ਸਿੱਖ ਲਓ। ਸਤਿਗੁਰੂ ਨੂੰ ਬਾਰ-ਬਾਰ ਨਤਮਸਤਕ ਹੋ ਕਰਕੇ ਗੁਰੂ ਦਾ ਸ਼ਬਦ, ਗੁਰੂ ਵਿਚਾਰ, ਬਾਰ-ਬਾਰ ਗੁਰੂ ਦੀ ਬਾਣੀ ਦੇ ਪਾਵਨ ਬਚਨ, ਬਾਰ-ਬਾਰ ਗੁਰੂ ਮੰਤਰ ਦੀ ਆਰਾਧਨਾ ਕੀਤੀ ਜਾਵੇ। ਫਿਰ ਹੌਲੀ-ਹੌਲੀ ਗੁਰੂ ਮੰਤਰ, ਅਨੰਦ ਸ਼ਬਦ ਗੱਲਾਂ ਕਰਦਿਆਂ ਸੰਸਾਰ ਜਗਤ ਉੱਤੇ ਰਹਿੰਦਿਆਂ, ਕਾਰੋਬਾਰ ਕਰਦਿਆਂ ਹੋਇਆਂ ਵੀ ਹਿਰਦੇ ਅੰਦਰ ਰਾਮ ਰਾਮ ਦਾ, ਭਗਵਾਨ ਦਾ, ਵਾਹਿਗੁਰੂ ਵਾਹਿਗੁਰੂ ਦਾ ਜਾਪ ਚੱਲਦਾ ਰਹਿੰਦਾ। ਇਹ ਗੁਰ ਸਿੱਖ ਲਓ। ਅਸੀਂ ਵੀ ਦੁਨਿਆਵੀ ਕਾਰ ਵਿਹਾਰ ਕਰਦੇ ਹੋਏ ਵਾਹਿਗੁਰੂ ਦੇ ਬਚਨਾਂ ਨੂੰ, ਪਰਮੇਸ਼ਰ ਦੇ ਉੱਤਮ ਗਿਆਨ ਨੂੰ ਗੁਰੂ ਦੁਆਰਾ ਸੁਣਦੇ ਹੋਏ ਬਾਰ-ਬਾਰ ਗੁਰੂ 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 ਮੰਤਰ ਦਾ ਜਾਪ ਕਰਦੇ ਰਹੀਏ। ਚਲਤ ਬੈਸਤ ਸੋਭਤ ਜਾਗਤ ਗੁਰ ਮੰਤਰ ਹਿਰਦੇ ਚਿਤਾਰ। ਹਰ ਹਰ ਉਸਤਤ ਕਰੈ ਦਿਨ ਰਾਤੀ, ਰਖ ਰਖ ਚਰਨ ਹਰ ਤਾਲ ਪੂਰਈਆ। ਜਿਵੇਂ ਜਾਜ ਦੱਸ ਰਿਹਾ ਵੀ ਵਾਹਿਗੁਰੂ ਦਾ ਜਾਪ ਕਰਨਾ, ਪਰਮੇਸ਼ਰ ਦੀ ਉਸਤਤੀ ਕਰਨੀ, ਦਿਨੇ ਰਾਤੀ 24 ਘੰਟੇ ਕਰਨੀ, ਰੱਖ ਰੱਖ ਚਰਨ, ਪੈਰ ਸੋਚ ਸਮਝ ਕੇ ਰੱਖਣਾ। ਭਾਵ ਮਨ ਅੰਦਰੋਂ ਕੋਈ ਫੁਰਨਾ ਫੁਰਦਾ, ਮਨ ਅੰਦਰੋਂ ਕੋਈ ਵਿਚਾਰ ਫੁਰਦਾ, ਸੰਸਾਰਕ ਗਿਆਨ ਇੰਦਰੀਆਂ ਜਦੋਂ ਸੰਸਾਰ ਵੱਲ ਵੇਖਦੀਆਂ ਤੇ ਹਿਰਦੇ ਅੰਦਰ ਵਾਸ਼ਨਾਵਾਂ ਦੇ ਵਿਚਾਰ ਲੈ ਕੇ ਜੋ ਆਉਂਦੀਆਂ, ਹਿਰਦੇ ਅੰਦਰ ਲੋਭ ਕਾਮ ਹੰਕਾਰ ਦੀ ਇੱਛਾ ਨਾ ਹੋਵੇ। ਇਹ ਸੋਚ ਸੋਚ ਕੇ ਪੈਰ ਰੱਖਿਆ ਜਾਵੇ, ਸੋਚ ਸਮਝ ਕੇ ਵਿਚਾਰ ਕੀਤੀ ਜਾਵੇ। ਇਸ ਤਰ੍ਹਾਂ ਗੁਰਦੇਵ ਕਹਿੰਦੇ ਮੈਂ ਸੰਸਾਰੀ ਲੋਕ ਤਾਲਪੁਰ ਦੇ
ਸਾਜ਼ ਵਜਾਉਂਦੇ, ਨਾਚ ਕਰਦੇ, ਮਨਮੁਖੀ ਢੰਗ ਨਾਲ ਸੰਸਾਰ ਦੇ ਵਿੱਚ ਗਲਤਾਨ ਰਹਿੰਦੇ, ਤ੍ਰਿਸ਼ਨਾ ਵਿੱਚ ਜਕੜੇ ਰਹਿੰਦੇ। ਉਹਦੇ ਬਦਲੇ ਵਿੱਚ ਮੈਂ ਭਗਵਾਨ ਦਾ ਜਾਪ ਕਰਦਾ, ਸੋਚ ਵਿਚਾਰ ਕੇ ਇਸ ਤਰ੍ਹਾਂ ਇਹ ਕਾਰ ਵਿਹਾਰ ਕਰਦਾ। ਇਹ ਸਾਨੂੰ ਯਾਦ ਕਰ ਲੈਣਾ ਚਾਹੀਦਾ ਹੈ। ਸ਼ਬਦ ਆਪਾਂ ਫਿਰ ਯਾਦ ਕਰ ਲਈਏ ਸਤਿਗੁਰ ਦਾ, ਇਹ ਸਰੀਰ ਕਰਮ ਕੀ ਧਰਤੀ ਕਿਉਂ ਸਾਨੂੰ ਦਿੱਤਾ ਹੋਇਆ। ਇਹੋ ਸਰੀਰ ਕਰਮ ਕੀ ਧਰਤੀ, ਇਹੋ ਸਰੀਰ ਕਰਮ ਕੀ ਧਰਤੀ, ਇਹੋ ਸਰੀਰ ਕਰਮ ਕੀ ਧਰਤੀ, ਇਹੋ ਸਰੀਰ ਕਰਮ ਕੀ ਧਰਤੀ। ਗੁਰਮੁਖ ਮਥ ਮਥ ਤਤ ਕਢਈਆ, ਗੁਰਮੁਖ ਮਥ ਮਥ ਤਤ ਕਢਈਆ, ਗੁਰਮੁਖ ਮਥ ਮਥ ਤਤ ਕਢਈਆ, ਗੁਰਮੁਖ ਮਥ ਮਥ ਤਤ ਕਢਈਆ। ਲਾਲ ਜਵੇ ਹਰ ਨਾਮ ਪਰਗਾਸਿਆ, ਲਾਲ ਜਵੇ ਹਰ ਨਾਮ ਪਰਗਾਸਿਆ, ਲਾਲ ਜਵੇ ਹਰ ਨਾਮ ਪਰਗਾਸਿਆ, ਲਾਲ ਜਵੇ ਹਰ ਨਾਮ ਪਰਗਾਸਿਆ। ਭਾਂਡੈ ਭਾਉ ਪਵੈ ਤਿਤ ਆਈਆ, ਭਾਂਡੈ ਭਾਉ ਪਵੈ ਤਿਤ ਆਈਆ, ਭਾਂਡੇ ਪਾਉ ਪਵੈ ਤਿਤਈਆ, ਭਾਂਡੇ ਪਾਉ ਪਵੈ ਤਿਤਈਆ। ਭਾਂਡੈ ਭਾਉ ਪਵੈ ਤਿਤ ਆਈਆ, ਭਾਂਡੈ ਭਾਉ ਪਵੈ ਤਿਤ ਆਈਆ, ਭਾਂਡੇ ਪਾਉ ਪਵੈ ਤਿਤਈਆ, ਭਾਂਡੇ ਪਾਉ ਪਵੈ ਤਿਤਈਆ। ਅੱਜ ਦੇ ਜੋ ਦਿਨ ਸਤਿਗੁਰੂ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਕਿਵੇਂ ਚਮਕੌਰ ਦੀ ਬਿੰਦ ਸ਼ਹੀਦ ਹੋਏ, ਅਨੰਦਪੁਰ ਦਾ ਕਿਲ੍ਹਾ ਕਿਵੇਂ ਛੱਡਣਾ ਪਿਆ, ਸਤਿਗੁਰੂ ਜੀ ਕਿਵੇਂ ਪਹਾੜੀ ਰਾਜਿਆਂ ਨੇ ਆਟੇ ਦੀ ਡੋਰ ਬਣਾ ਕੇ ਮੁਸਲਮਾਨਾਂ ਨੇ ਕੁਰਾਨ ਸ਼ਰੀਫ ਸਿਰ ਉੱਤੇ ਰੱਖ ਕੇ ਸਹੁੰ ਖਾਧੀਆਂ, ਤੇਰਾ ਛੱਡ ਦਿਓ, ਪਿੱਛਾ ਨਹੀਂ ਕਰਾਂਗੇ, ਆਰਾਮ ਨਾਲ ਸੁਰੱਖਿਅਤ ਥਾਂ ਉੱਤੇ ਸਾਨੂੰ ਪਹੁੰਚਾ ਦੇਵਾਂਗੇ, ਤੇ ਹਮਲਾ ਕਰ ਦਿੱਤਾ। ਜਿਵੇਂ ਬਾਬਾ ਅਜੀਤ ਸਿੰਘ ਨੇ ਆਰੇ ਪਿੱਛੋਂ ਫੌਜ ਦੀ ਬਾਕੀ ਸੰਗਤ ਨੂੰ ਬਚਾਉਣ ਲਈ ਮੁਕਾਬਲਾ ਕੀਤਾ, ਕਿਵੇਂ ਫੌਜ ਨਾਲ ਲੜਕੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਜਿਹੜੇ ਉੱਤੋਂ ਜੋ ਵਿਚਾਰ ਦਿੱਤੇ, ਜਦੋਂ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਿਸ਼ਵਾਸ ਤੇ ਦ੍ਰਿੜਤਾ ਨਾਲ ਸਮਝਣ ਦਾ ਯਤਨ ਕਰਦੇ, ਤੇ ਫਿਰ ਸਮਝ ਪੈਂਦੀ ਕੋਈ ਇਸ ਸੰਸਾਰ ਜੋ ਨਜ਼ਰ ਆ ਰਿਹਾ, ਜੋ ਦਿਸ ਰਿਹਾ, ਇਹ ਸਦਾ ਰਹਿਣ ਵਾਲਾ ਨਹੀਂ, ਇਹ ਟਿਕਾਊ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਆਪਾਂ ਰੋਜ਼ ਪੜ੍ਹਦੇ, ਉਹ ਬਾਣੀ ਵਿੱਚੋਂ ਸਾਨੂੰ ਪਾਵਨ ਵਚਨ ਚੰਗੀ ਤਰ੍ਹਾਂ ਸਮਝਣ ਵਾਸਤੇ ਮਿਲਦੇ। ਜਿਹੜਾ ਇਸ ਸੰਸਾਰ ਨੂੰ ਸਥਿਰ ਸਮਝਦਾ ਉਹ ਦੁਖੀ ਹੈ, ਜਿਹੜਾ ਜਾਣ ਲੈਂਦਾ ਇਹ ਸਰੀਰ ਵਾਹਿਗੁਰੂ ਨੇ ਸਾਨੂੰ ਥੋੜੇ ਸਮੇਂ ਲਈ ਨਾਮ ਜਪਣ ਦਿੱਤਾ, ਇਹ ਸਦਾ ਰਹਿਣ ਵਾਲਾ ਨਹੀਂ। ਉਹ ਹਰ ਪਲ ਸੋਚਦਾ, ਵਿਚਾਰਦਾ ਤੇ ਹਰ ਸਮੇਂ ਪਰਮਾਤਮਾ ਦਾ ਜਾਪ ਕਰਦਾ, ਚਿੰਤਾਵਾਂ ਨੂੰ ਖਤਮ ਕਰਕੇ ਉਹ ਮਨ ਦੇ ਭਾਂਡੇ ਨੂੰ ਸ਼ੁੱਧ ਕਰ ਲੈਂਦਾ, ਨਾਮ ਨੂੰ ਅੰਮ੍ਰਿਤ ਉਹਦੇ ਟਿਕ ਜਾਂਦਾ। ਇਸ ਕਰਕੇ ਗੁਰਦੇਵ ਕਹਿੰਦੇ ਇਹ ਸਰੀਰ ਕਰਮ ਕੀ ਧਰਤੀ, ਗੁਰਮੁਖ ਮਹਾਤਮਾ ਤਤ ਕਢਈਆ। ਗੁਰਮੁਖ ਬਾਰ ਬਾਰ ਵਾਹਿਗੁਰੂ ਦਾ ਪਰਮੇਸ਼ਰ ਦਾ ਜਾਪ ਕਰਦੇ, ਨਾਮ ਰੂਪ ਅੰਮ੍ਰਿਤ ਉਹ ਹਿਰਦੇ ਅੰਦਰ ਟਿਕਾ ਲੈਂਦੇ। ਉਹ ਫਿਰ ਲੋਕ ਵੀ ਸੁਖੀ ਰਹਿੰਦੇ, ਪਰਲੋਕ ਵੀ ਸੁਖੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਫਰਮਾਨ ਆਪਾਂ ਨੂੰ ਸਾਰਿਆਂ ਨੂੰ ਇਸੇ ਗੱਲ ਲੈਣਾ ਚਾਹੀਦਾ, ਜੋ ਵੀ ਪ੍ਰਾਣੀ, ਜੋ ਵੀ ਜੀਵ ਮਮਤਾ ਦਾ ਤਿਆਗ ਕਰਦਾ, ਲੋਭ ਦਾ ਤਿਆਗ ਕਰਦਾ, ਹੰਕਾਰ ਦਾ ਤਿਆਗ ਕਰਦਾ, ਉਹ ਆਪ ਵੀ ਕਰ ਜਾਂਦਾ, ਸੰਗੀ ਸਾਥੀ ਵੀ ਕਰ ਜਾਂਦਾ। ਜੋ ਪ੍ਰਾਣੀ ਮਮਤਾ ਤਜੇ, ਲੋਭ ਮੋਹ ਹੰਕਾਰ
ਕਹੋ ਨਾਨਕ ਆਪਨ ਤਰੇ ਔਰ ਨਹੀਂ ਤੋਂ ਬਾਹਰ। ਸਤਿਗੁਰੂ ਮਹਾਰਾਜ ਦੇ ਪਾਵਨ ਬਚਨ ਚੇਤੇ ਕਰਦੇ ਵੀ ਕੋਈ ਸਮਾਂ ਨਾ ਮਿਲੇ। ਸਤਿਨਾਮ